पिछले काफ़ी दिनों तो एक विवाद चल रहा कारपोरेशन दे विच एक रोस्टर नूं लैके कुछ अखोती लीडर जिहड़े जिन्हां ने इस रोस्टर नूं खुद ही पास कराया पिछली सरकार विच मंत्री दी गोद दे विच बैठ के अज उही लोग इस रोस्टर का विरोध कर रहे हैं। मैं उन्होंने पूछना चाहना कि जिस वेले तुसीं पास कराए तुहानूं इहदे जिहड़े बैनीफिट या नुकसान उदों पता नहीं सीगे। अज तुसीं समाज नूं दो पार्ट कर रहे हैं। अज कारपोरेशन दे विच एक इहो जिहा माहौल बनाया जा रहा जिहदे विच समाज दे विच और साडे होर भाईचारे जिन्ने भी हिंदू ਜਾਂ ਮੰਨ ਲਓ ਐਸੀ ਕਮਿਊਨਿਟੀ ਦੇ ਕੋਈ ਹੋਰ ਵੀ ਜਿਹੜੀਆਂ ਜਥੇਬੰਦੀਆਂ ਨੇ ਵੀ ਇੱਕ ਪ੍ਰੈਸ ਕਾਨਫਰੰਸ ਪਹਿਲਾਂ ਕੀਤੀ ਸੀਗੀ ਕਿ ਇਹ ਤੁਸੀਂ ਉਸ ਸਮਾਜ ਨੂੰ ਪਾੜ ਪਾ ਰਹੇ ਆ। ਤੁਹਾਡੀ ਜਿਹੜੀ ਆਪਣੀ ਜਿਹੜੀ ਪਰਸਨਲ ਜਿਹੜੀ ਰੰਜਿਸ਼ ਆ ਉਹ ਤੁਸੀਂ ਕੱਢ ਰਹੇ ਆ ਔਰ ਇਹ ਲੋਕ ਉਹ ਲੋਕ ਨੇ ਜਿਹੜੇ ਪਹਿਲਾਂ ਕਰਨਜੋਤ ਆਦੀਆ ਜੀ ਨੂੰ ਨਾਲ ਲੈ ਕੇ ਇਹਨਾਂ ਨੇ ਇੱਕ ਧੜੇ ਦੇ ਉੱਤੇ ਕਾਰਵਾਈ ਕਰਾਈ ਕਾਨੂੰਨੀ। ਅੱਜ ਇਹਨਾਂ ਦੇ ਖਿਲਾਫ ਹੋ ਕੇ ਇਹਨਾਂ ਦੇ ਖਿਲਾਫ ਚੱਲ ਰਹੇ ਆ। ਕੀ ਗੱਲ ਇਹ ਸਮਾਜ ਦੇ ਵਿੱਚ ਜਿਹੜੇ ਲੋਕ ਇਹਨਾਂ ਦੇ ਨਾਲ ਘੁੰਮ ਰਹੇ ਆ ਇਹਨਾਂ ਨੇ ਸ਼ੁਰੂ ਤੋਂ ਅੱਜ ਤੱਕ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੀ ਸ਼ੋਭਾ ਯਾਤਰਾ ਦੀ ਇੱਕ ਜਿਹੜੀ ਨਾਮ ਤੇ ਇੱਕ ਸਿਰਫ ਰਾਜਨੀਤੀ ਕੀਤੀ ਜਾਂਦੀ ਆ। ਇੱਕ ਦਿਨ ਸਮਾਜ ਲਈ ਸਿਰਫ ਬਾਹਰ ਨਿਕਲਦੇ ਆ ਔਰ ਸਾਰਾ ਦਿਨ ਘਰਾਂ ਦੇ ਅੰਦਰ ਬੈਠ ਕੇ ਰਹਿੰਦੇ ਆ ਪੂਰਾ ਸਾਲ। ਅੱਜ ਰੋਸਟਰ ਦਾ ਜਿਹੜਾ ਵਿਰੋਧ ਕਰ ਰਹੇ ਆ ਮੈਂ ਸਮਝਦਾ ਵੀ ਭਗਵਾਨ ਵਾਲਮੀਕੀ ਮਹਾਰਾਜ ਜਿਨ੍ਹਾਂ ਦੇ ਹੱਥ ਵਿੱਚ ਕਲਮ ਉਹ ਡਾਕਟਰ BR ਅੰਬੇਡਕਰ ਜਿਨ੍ਹਾਂ ਨੇ ਇਹ ਗੱਲ ਕਹੀ ਵੀ ਆਪਣੀਆਂ ਦੀਵਾਰਾਂ ਦੇ ਉੱਤੇ ਲਿਖੋ ਵੀ ਤੁਸੀਂ ਇਸ ਦੇਸ਼ ਦੇ ਸ਼ਾਸਕ ਹੋ। ਪਰ ਇਹ ਲੋਕ ਅੱਜ ਅਖੋਤੀ ਲੀਡਰ ਜਿਹੜੇ ਨੇ ਇਹ ਸਮਾਜ ਨੂੰ ਅੱਜ ਫਿਰ ਮੁੜ ਜਿਹੜਾ ਗੰਦਗੀ ਵੱਲ ਨੂੰ ਮੁੜ ਗਲਤ ਕੰਮ ਵੱਲ ਨੂੰ ਲਿਜਾ ਰਹੇ ਆ। ਇਹ ਸਮਾਜ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ ਔਰ ਅਸੀਂ ਕੜੇ ਸ਼ਬਦਾਂ ਵਿੱਚ ਇਹਨਾਂ ਦੀ ਨਿੰਦਾ ਕਰਦੇ ਹਾਂ ਔਰ ਅਪੀਲ ਕਰਦਾ ਮੈਂ ਉਹਨਾਂ ਸਾਰੇ ਲੋਕਾਂ ਨੂੰ ਜਿਹੜੇ ਸਮਾਜ ਦੇ ਲੋਕ ਇਹਨਾਂ ਦੇ ਨਾਲ ਰਹਿ ਕੇ ਸਮਾਜ ਦੇ ਖਿਲਾਫ ਮੈਂ ਪੁੱਛਣਾ ਚਾਹੁੰਦਾ। ਇਹਨਾਂ ਨੇ ਇੱਕ ਪਿਛਲੇ ਦਿਨੀ ਜਿਹੜੀਆਂ ਮੀਟਿੰਗਾਂ ਕੀਤੀਆਂ ਉਹਦੇ ਵਿੱਚ ਇਹਨਾਂ ਨੇ ਕਿਹਾ ਕੱਲਾ ਵਾਲਮੀਕੀ ਭਾਈਚਾਰਾ ਕੀ ਉਹੀ ਹੈ ਜੋ ਇਹਨਾਂ ਦੇ ਨਾਲ ਆ। ਇਹ ਲੋਕ ਜਿਹੜੇ ਅੱਜ ਇੱਥੇ ਖੜੇ ਨੇ ਇਹ ਤਾਲੀਬਾਨ ਤੋਂ ਆਏ ਨੇ ਇਹ ਵੀ ਵਾਲਮੀਕ ਸਮਾਜ ਦੇ ਨੇ ਔਰ ਪ੍ਰੋਪਰ ਵਾਲਮੀਕਨ ਨੇ। ਕੋਈ ਵੀ ਅੱਜ ਅਸੀਂ ਇਸੇ ਕਰਕੇ ਕਿਸੇ ਵੀ ਹੋਰ ਜਥੇਬੰਦੀ ਨੂੰ ਨਹੀਂ ਬੁਲਾਇਆ ਗਿਆ ਕਿਉਂਕਿ ਵਾਲਮੀਕ ਸਮਾਜ ਆ ਪੜ੍ਹਿਆ ਲਿਖਿਆ ਸਮਾਜ ਆ। ਅੱਜ ਹਰੇਕ ਆਪਣੇ ਜਿਹੜਾ ਪਹਿਲਾਂ ਜ਼ਰੂਰ ਸਾਡੇ ਲੋਕਾਂ ਨੇ ਗੰਦਗੀ ਦਾ ਕੰਮ ਕੀਤਾ ਪਰ ਉਹ ਸਾਡੀ ਮਜਬੂਰੀ ਸੀ। ਪਰ ਅੱਜ ਬਹੁਤ ਲੋਕ ਇਹੋ ਜਿਹੇ ਜਿਹੜੇ ਸਮਾਜ ਦੇ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਅੱਛੀ ਸਿੱਖਿਆ ਦੇ ਕੇ ਚੰਗੇ ਆਫੀਸਰ ਬਣਾਉਣਾ ਚਾਹੁੰਦੇ ਨੇ ਪਰ ਇਹ ਲੋਕ ਬਾਰ-ਬਾਰ ਉਹਨਾਂ ਨੂੰ ਇੱਕ ਹੀ ਚੀਜ਼ ਦੱਸ ਰਹੇ ਵੀ ਤੁਸੀਂ ਝਾੜੂ ਚੱਕੋ। ਇਹ ਲੋਕ ਜਿਹੜੇ ਨੇ ਇਸ ਗੱਲ ਤੋਂ ਬਾਜ਼ ਆ ਜਾਣ। ਜੇ ਨਾ ਹਟੇ ਤਾਂ ਇਹ ਜਿਹੜਾ ਦੋ ਚਿਹਰਾ ਜਿਹੜਾ ਇਹ ਆਪਣਾ ਚਿਹਰਾ ਦੋ ਤਰ੍ਹਾਂ ਦਾ ਜਿਹੜਾ ਪੇਸ਼ ਕਰ ਰਹੇ ਆ ਇੱਕ ਪਾਸੇ ਸਮਾਜ ਨੂੰ ਕੁਛ ਕਹਿ ਰਹੇ ਦੂਜੇ ਪਾਸੇ ਕੁਛ ਕਹਿ ਰਹੇ ਆ। ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ। ਜੇ ਇਹਨਾਂ ਨੇ ਹਜੇ ਵੀ ਇਸ ਨੂੰ ਮੋੜਾ ਨਹੀਂ ਪਾਇਆ ਤੇ ਜਲਦ ਇਹਨਾਂ ਦਾ ਜਿਹੜਾ ਵਿਰੋਧ ਸਖਤੀ ਨਾਲ ਕੀਤਾ ਜਾਏਗਾ। ਸਰ ਇੱਕ ਐਕਟ ਦਾ ਹਵਾਲਾ ਦਿੱਤਾ ਜਾ ਰਿਹਾ ਕੀ ਉਹ ਐਕਟ ਲਾਗੂ ਹੋ ਗਿਆ ਜਾਂ ਇਹ ਅਜੇ ਤੱਕ ਲਾਗੂ ਹੋਣਾ ਆ ਜਿਹਦੇ ਤੇ ਕਰ ਰਹੇ ਨਾ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਪਿਛਲੀ ਸਰਕਾਰ ਦੇ ਵਿੱਚ ਬੈਠ ਕੇ ਖੁਦ ਇਸ ਰੋਸਟਰ ਨੂੰ ਲਾਗੂ ਕਰਾਇਆ ਔਰ ਜਦੋਂ ਕਿੰਨੀਆਂ ਭਰਤੀਆਂ ਹੋਈਆਂ ਜਦੋਂ 96 ਪੋਸਟਾਂ ਇਹਨਾਂ ਨੇ ਲਾਗੂ ਕਰਾਈਆਂ। ਅੱਜ ਜੇ ਸਮਾਜ ਦੇ ਵਿੱਚ ਅੱਜ ਕਰਨਜੋਤ ਆਦੀਆ ਨੌਜਵਾਨ ਸਾਥੀ ਸਾਡਾ ਜਿਹੜਾ ਸਮਾਜ ਦੀ ਅਗਵਾਈ ਕਰ ਰਿਹਾ ਔਰ ਯੂਨੀਅਨ ਦੀ ਸਫਾਈ ਯੂਨੀਅਨ ਦੀ ਜਿਹੜੀ ਕਰਮਚਾਰੀ ਯੂਨੀਅਨ ਆ ਉਹਦੀ ਅਗਵਾਈ ਕਰ ਰਿਹਾ ਪਰ ਇਹ ਲੋਕਾਂ ਕੋਲ ਬਰਦਾਸ਼ਤ ਨਹੀਂ ਹੋ ਰਿਹਾ ਵੀ ਇਹ ਆਰਡਰ ਕਿਉਂ ਦਵਾ ਗਏ ਉਹਨਾਂ ਲੋਕਾਂ ਨੂੰ ਕਿਉਂਕਿ ਜਿਨ੍ਹਾਂ ਲੋਕਾਂ ਨੂੰ ਆਰਡਰ ਮਿਲੇ ਆ ਕੀ ਇਹਨਾਂ ਨੇ ਉਹਨਾਂ ਦੇ ਘਰਾਂ 'ਚ ਆਰਡਰ ਰੋਕ ਕੇ ਉਹਨਾਂ ਦੇ ਘਰਾਂ ਦੇ ਵਿੱਚ ਰਾਸ਼ਨ ਪਾਉਗੇ। ਇਹ ਤਾਂ ਖੁਦ 10% ਤੇ ਕੰਮ ਕਰਨ ਵਾਲੇ ਲੋਕ ਨੇ ਇਹ ਕਿੱਥੋਂ ਉਹਨਾਂ ਨੂੰ ਇਨਸਾਫ ਦਵਾ ਦੂਗੇ। ਕਿ ਜੇ ਮੰਨ ਲਓ ਸਹੀ ਆ ਤਾਂ ਪ੍ਰਸ਼ਾਸਨ ਦੇਖੇ ਨਾ ਤਾਂ ਪ੍ਰਸ਼ਾਸਨ ਕਾਰਵਾਈ ਕਰੂਗਾ। ਠੀਕ ਹੈ ਵੀਡੀਓ ਨਾ ਫੇਕ ਬਣਾ ਕੇ ਵੀਡੀਓ ਹੋਰ ਵੀ ਬਹੁਤ ਆ ਸਾਡੇ ਕੋਲ ਵੀ ਵੀਡੀਓ ਹੈਗੀਆਂ ਪਰ ਅਸੀਂ ਅਜੇ ਉਹ ਕਲੀਅਰ ਨਹੀਂ ਕਰਦੇ। ਅਸੀਂ ਚਾਹੁੰਦੇ ਨਹੀਂ ਹੈ ਵੀ ਕੋਈ ਇਦਾਂ ਦੀ ਹਰਕਤ ਹੋਵੇ। ਵੀਡੀਓ ਸਾਡੇ ਕੋਲ ਵੀ ਆ ਜੇ ਨਾ ਹਟੇ ਤਾਂ ਸਮਾਂ ਆਏ ਤਾਂ ਉਹ ਵੀ ਆਪਾਂ ਕਲੀਅਰ ਕਰ ਦੇਵਾਂਗੇ ਤੁਹਾਡੇ ਸਾਹਮਣੇ ਰੱਖਾਂਗੇ। ਸਾਡਾ ਮੱਕਾ ਮਦੀਨਾ ਭਗਵਾਨ ਵਾਲਮੀਕੀ ਆਸ਼ਰਮ ਅੰਮ੍ਰਿਤਸਰ ਉੱਥੋਂ ਸਾਡਾ ਸੰਤ ਸਮਾਜ ਪੂਰਾ ਜੋ ਪਿਛਲੇ ਦਿਨੀ ਇੱਥੇ ਕਾਰਪੋਰੇਸ਼ਨ ਵਿੱਚ ਇਹਨਾਂ ਨੇ ਝੂਠ ਬੋਲ ਕੇ ਗੁੰਮਰਾਹ ਕਰਕੇ ਉਹਨਾਂ ਨੂੰ ਬੁਲਾਇਆ। ਅੱਜ ਜੇ ਤੁਸੀਂ ਦੁਬਾਰਾ ਉਹਨਾਂ ਕੋਲ ਕੁਐਸਚਨ ਕਰੋ ਤਾਂ ਉਹ ਤੁਹਾਨੂੰ ਕਲੀਅਰ ਕਰ ਦੇਣਗੇ ਵੀ ਉਹਨਾਂ ਨੂੰ ਝੂਠ ਬੋਲ ਕੇ ਬੁਲਾਇਆ ਗਿਆ ਸੀ ਕਿਉਂਕਿ ਮੇਰੀ ਸਾਰਿਆਂ ਨਾਲ ਗੱਲ ਹੋਈ ਉਹਨਾਂ ਨੇ ਇਹੀ ਕਿਹਾ ਵੀ ਇੱਥੇ ਵਾਲਮੀਕ ਸਮਾਜ ਨਾਲ ਧੱਕਾ ਕੀਤਾ ਜਾ ਰਿਹਾ। ਦੇਖੋ ਜਿੱਥੇ ਵਾਲਮੀਕ ਸਮਾਜ ਨਾਲ ਧੱਕਾ ਹੋਊਗਾ ਅਸੀਂ ਉੱਥੇ ਸਾਰੇ ਹੀ ਖੜੇ ਆ ਸਮਾਜ ਦੇ ਨਾਲ ਖੜੇ ਆ। ਕੋਈ ਇਹਨਾਂ ਨੇ ਇਕੱਲਿਆਂ ਨੇ ਠੇਕਾ ਨਹੀਂ ਲਿਆ ਵੀ ਇਹੀ ਖੜੇ ਹੋਊਗੇ। ਔਰ ਸੰਤ ਸਮਾਜ ਜਿਹੜਾ ਸਾਡਾ ਸਤਿਕਾਰਯੋਗ ਆ ਸਾਡੇ ਸਿਰ ਦੇ ਤਾਜ ਆ। ਮੈਂ ਉਹਨਾਂ ਨੂੰ ਵੀ ਇੱਕ ਅਪੀਲ ਕਰਨੀ ਚਾਹੁੰਦਾ ਫਿਰ ਦੁਬਾਰਾ ਤੋਂ ਵੀ ਜਦੋਂ ਵੀ ਕੋਈ ਤੁਹਾਡੇ ਕੋਲ ਆ ਕੇ ਇਹ ਗੱਲ ਕਹਿੰਦਾ ਵੀ ਸਮਾਜ ਨਾਲ ਧੱਕਾ ਹੋ ਰਿਹਾ
ਪਹਿਲਾਂ ਇੱਕ ਵਾਰੀ ਡੂੰਘਾਈ ਤੇ ਜਾ ਕੇ ਉਹਦੀ ਛਾਣਬੀਨ ਜ਼ਰੂਰ ਇੱਕ ਕਰਨੀ ਚਾਹੀਦੀ ਆ, ਤਾਂ ਜੋ ਤੁਹਾਡੇ ਦੇ ਉੱਪਰ ਵੀ ਇਹੋ ਜਿਹਾ ਕੋਈ ਐਲੀਗੇਸ਼ਨ ਨਾ ਲੱਗ ਸਕੇ, ਕਿਉਂਕਿ ਇਹ ਲੋਕ ਉਹ ਲੋਕ ਨੇ, ਇਹ ਸਿਰਫ ਆਪਣੇ ਨਿੱਜੀ ਸਵਾਰਥ ਵਾਸਤੇ, ਜਦੋਂ ਇਹਨਾਂ ਦੇ ਆਪਣੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਇਹ ਆਪਣੇ ਵੱਲੋਂ ਝੂਠਾ ਐਸੀ ਐਕਟ ਦੀ ਵੀ ਦਰਖਾਸਤਾਂ ਦੇ ਕੇ ਐਸੀ ਐਕਟ ਵੀ ਪਰਚੇ ਵੀ ਦਰਜ ਕਰਾਉਂਦੇ ਆ। ਇਸ ਕਰਕੇ ਮੇਰੀ ਅਪੀਲ ਆ ਸੰਤ ਸਮਾਜ ਨੂੰ, ਅੱਗੇ ਤੋਂ ਕੋਈ ਵੀ ਇਹੋ ਜਿਹੇ ਕੋਈ ਸ਼ਰਾਰਤੀ ਅਨਸਰ ਤੁਹਾਡੇ ਕੋਲ ਆਉਂਦੇ ਆ ਤਾਂ ਪਹਿਲਾਂ ਉਹਦੀ ਛਾਣਬੀਨ ਜ਼ਰੂਰ ਕੀਤੀ ਜਾਵੇ। ਧੰਨਵਾਦ। ਹਾਂਜੀ ਜੀ ਸਰ, ਕੀ ਕਹਿਣਾ ਚਾਹੁੰਦੇ ਹੋ? ਸਭ ਨੂੰ ਜੈ ਭੀਮ, ਜੈ ਭਾਰਤ। ਆਪ ਸਭ ਨੂੰ ਪਤਾ ਹੀ ਹੈ ਕਿ ਇਹ ਜਿਹੜਾ ਮੁੱਦਾ ਪਿਛਲੇ ਕਾਫੀ ਦਿਨ ਤੋਂ ਗਰਮਾਇਆ ਹੋਇਆ ਹੈ, ਸਾਡੇ ਸਮਾਜ ਦੇ ਕੋਈ ਸ਼ਰਾਰਤੀ ਅਨਸਰਾਂ ਵੱਲੋਂ ਰੋਸਟਰ ਨੂੰ ਲੈ ਕੇ ਮੁੱਦਾ ਚੱਕਿਆ ਗਿਆ ਹੈ। ਪਰ ਉਹਨਾਂ ਨੂੰ ਕਲੀਅਰ ਕੱਟ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ 2021 ਦੇ ਵਿੱਚ ਜਿਹੜੀ ਭਰਤੀ ਹੋਈ ਸੀ ਉਹ ਡਿਪਟੀ ਕਮਿਸ਼ਨਰ ਸੰਦੀਪ ਹੰਸ ਜੀ ਸੀਗੇ, ਜੋ ਕਿ ਸਾਡੇ ਹੀ ਸਮਾਜ ਦੇ ਸੀਗੇ। ਉਹਨਾਂ ਨੇ ਸਰਕਾਰ ਦੀਆਂ ਸਾਫ਼ ਗਾਈਡਲਾਈਨਾਂ ਸੀਗੀਆਂ ਕਿ ਰਾਖਵਾਂਕਰਨ ਦੇ ਅਧੀਨ ਜਿਹੜੀ ਭਰਤੀ ਉਹ ਕੀਤੀ ਜਾਵੇ। ਰਾਖਵਾਂਕਰਨ ਦਾ ਮਤਲਬ ਆ ਕਿ ਜਿਹੜੇ ਬੰਦੇ ਨੂੰ ਰੋਸਟਰ ਵਾਈਜ਼ ਨੌਕਰੀ ਉਹ ਮਿਲਣੀ ਚਾਹੀਦੀ, ਉਹੀ ਰਿਕਰੂਟਮੈਂਟ ਐਕਟ ਨਾਲ 21 'ਚ ਭਰਤੀ ਹੋਈ ਸੀ, ਉਹਦੇ ਨਾਲ ਹੀ 23 'ਚ ਹੋ ਰਹੀ ਆ। ਉਸ ਵੇਲੇ ਸਮਾਜ ਦੇ ਕਿਸੇ ਬੰਦੇ ਨੇ ਉੱਠ ਕੇ ਇਸ ਚੀਜ਼ ਦਾ ਵਿਰੋਧ ਨਹੀਂ ਕੀਤਾ। ਹੁਣ ਰਾਜਨੀਤਿਕ ਪਾਰਟੀਆਂ ਦੇ ਮਗਰ ਲੱਗ ਕੇ ਇਸ ਚੀਜ਼ ਦਾ ਵਿਰੋਧ ਕਰਦੇ ਆ, ਜੋ ਸਰਾਸਰ ਗਲਤ ਆ। ਕਿਉਂਕਿ ਜੇ ਇਹ ਵੀ ਭਰਤੀ ਰੱਦ ਹੁੰਦੀ ਆ ਜਾਂ ਰੱਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨੂੰ, ਤੇ ਇਹਦੇ ਨਾਲ ਇਹ ਵੀ ਦੇਖਣਾ ਚਾਹੀਦਾ ਕਿ 2021 ਦੇ ਵਿੱਚ ਜਿਹੜੀ ਭਰਤੀ ਹੋਈ ਸੀਗੀ ਉਹਦੇ ਵਿੱਚ ਵੀ ਸਾਡੇ 100-125 ਬੰਦਾ ਹੋਇਆ ਸੀ, 150 ਬੰਦਾ ਹੋਣਾ ਹੈ। 300 ਸਮਾਜ ਦੇ ਬੰਦਿਆਂ ਦਾ ਜਿਹੜਾ ਚੁੱਲ੍ਹਾ ਵਾ ਉਹ ਠੰਡਾ ਹੋ ਜਾਣਾ। ਸਾਨੂੰ ਰੋਟੀ ਸਮਾਜ ਦੇ ਬੰਦਿਆਂ ਨੂੰ ਦੇਣੀ ਚਾਹੀਦੀ ਆ ਕਿ ਕਿਸੇ ਦਾ ਚੁੱਲ੍ਹਾ ਸਾਨੂੰ ਠੰਡਾ ਕਰਨਾ ਚਾਹੀਦਾ? ਕੀ ਰਾਜਨੀਤਿਕ ਰੋਟੀਆਂ ਸੇਕ ਰਹੇ ਆ ਇਹ? ਸਮਾਜ ਦੇ ਰਾਖੇ ਬਣਦੇ ਪਏ 10% ਦੇ ਵਿਆਜ ਤੇ ਕੰਮ ਕਰਨ ਵਾਲੇ ਬੰਦੇ, ਜਿਨ੍ਹਾਂ ਨੇ ਅੱਜ ਤੱਕ ਕਦੀ ਕਿਸੇ ਦਾ ਇਹ ਵੀ ਨਹੀਂ ਸੋਚਿਆ ਕਿ ਕਿਸੇ ਕੋਲ ਪੈਸਾ ਹੈ, ਘਰ 'ਚ ਰਾਸ਼ਨ ਲਈ ਪੈਸੇ ਹੈ, ਕਿਸੇ ਉਹਨਾਂ ਦੀ ਗਰੀਬੀ ਦਾ ਨਹੀਂ ਸੋਚਿਆ। ਪੂਰੀਆਂ ਤਨਖਾਹਾਂ ਉਹਨਾਂ ਦੀਆਂ ਖੋਲ੍ਹਣ ਦੇ ATM ਗਹਿਣੇ ਰੱਖੇ ਹੋਏ ਆ। ਉਹ ਸਮਾਜ ਦੀ ਗੱਲ ਕਰੂਗੇ ਹੁਣ ਉੱਠ ਕੇ, ਜਦ ਕਿ ਸਮਾਜ ਦੀ ਗੱਲ ਜਿਹੜੀ ਕਰਨੀ ਚਾਹੀਦੀ ਮੇਨ ਇਹ ਤਾਂ ਕਰਦੇ ਨਹੀਂ। ਸਾਡੇ ਵਾਲਮੀਕੀ ਸਮਾਜ ਦੇ ਜਿੰਨੇ ਵੀ ਮੁਹੱਲੇ ਆ, ਜਿੰਨੇ ਵੀ ਸਾਡੇ ਇਲਾਕੇ ਆ, ਉਹਨਾਂ ਦੇ ਵਿੱਚ ਬੇਹੱਦ ਬਿਨਾਂ ਖੌਫ ਤੋਂ ਨਸ਼ਾ ਵਿਕ ਰਿਹਾ ਵਾ। ਔਰ ਸਾਡੇ ਵਾਲਮੀਕੀ ਸਮਾਜ ਦੀ ਜਿਹੜੀ ਨੌਜਵਾਨੀ ਆ, ਵਧੀਆ ਮੁੰਡੇ ਆ, ਸਾਰੇ ਗਲਤ ਰਾਹ ਤੇ ਤੁਰ ਪਏ ਆ। ਉਹਨਾਂ ਵਾਸਤੇ ਕਦੀ ਇਹਨਾਂ ਨੇ ਕੋਈ ਸੈਮੀਨਾਰ ਨਹੀਂ ਲਗਾਇਆ, ਕਦੀ ਮੁੰਡਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਕਦੀ ਕੋਈ ਪੰਚਾਇਤਾਂ ਨਹੀਂ ਲਾਈਆਂ ਕਿ ਆਪਾਂ ਯਾਰ ਸਾਰੇ ਇਕੱਠੇ ਹੋ ਕੇ ਮੁੰਡਿਆਂ ਨੂੰ ਸਮਝਾਈਏ ਕਿ ਯਾਰ ਇੱਧਰਲੇ ਪਾਸੇ ਨਾ ਤੁਰੋ, ਤੁਸੀਂ ਆਪ ਵਧੀਆ ਕੰਮ ਨੂੰ ਤੁਰੋ, ਪੜ੍ਹੋ ਲਿਖੋ, ਅੱਗੇ ਵਧੋ, ਜਾਂ ਕੋਈ ਰੁਜ਼ਗਾਰ ਸਿੱਖੋ, ਕੋਈ ਹੱਥ ਦਾ ਕੰਮ ਸਿੱਖੋ। ਇਸ ਚੀਜ਼ ਤੇ ਸਮਾਜ ਸੁੰਨ ਕਰਕੇ ਬੈਠਾ। ਕਿਉਂ ਬੈਠਾ? ਕਿਉਂਕਿ ਉਹ ਆਪ ਹੀ ਜਿੰਨੇ ਸਾਡੇ ਸਮਾਜ ਦੇ ਹੈਗੇ ਸ਼ਰਾਰਤੀ ਅਨਸਰ, ਆਪ ਹੀ ਤਾਂ ਨਸ਼ੇ ਪਕਾਈ ਜਾਂਦੇ ਪਏ ਆ, ਆਪ ਹੀ ਮੁੰਡੇ ਫੜਾਈ ਜਾਂਦੇ ਪਏ ਆ, ਆਪ ਹੀ ਛਡਾਈ ਜਾਂਦੇ ਪਏ। ਕਿਉਂ? ਕਿਉਂਕਿ ਉਹਨਾਂ ਦਾ ਚੁੱਲ੍ਹਾ ਬਲਦਾ ਵਾ ਇਸ ਚੀਜ਼ ਤੇ। ਇਸ ਮੁੱਦੇ ਤੇ ਜਿਹੜੇ ਮੁੱਦੇ ਤੇ ਲੜਾਈ ਕਰਨੀ ਚਾਹੀਦੀ ਆ ਉਹ ਤੇ ਕਰ ਨਹੀਂ ਰਹੇ ਆ। ਬਾਕੀ ਮੁੱਦੇ ਨੂੰ ਝਾੜੂ ਨੂੰ ਲੈ ਕੇ ਬੈਠੇ ਕਿ ਇਹ ਸਾਡੀ ਪਰੰਪਰਾ, ਇਹ ਸਾਡੀ ਪਰੰਪਰਾ ਵਾ, ਇਹ ਤਾਂ ਸਾਡੇ ਤੋਂ ਜਬਰਨ ਕੰਮ ਕਰਾਇਆ ਜਾਂਦਾ ਸੀਗਾ ਇਸ ਚੀਜ਼ ਦਾ। ਸਾਡੀ ਕੋਈ ਪਰੰਪਰਾ ਨਹੀਂ ਹੈ। ਸਾਡੇ ਭਗਵਾਨ ਦੇ ਹੱਥ 'ਚ ਕਲਮ ਆ, ਉਹਨਾਂ ਨੇ ਤਾਂ ਸਾਨੂੰ ਪੜ੍ਹਨ ਦਾ ਇਸ਼ਾਰਾ ਦਿੱਤਾ ਵਾ। ਆਹ ਪਰੰਪਰਾ ਥੋੜੀ ਦਿੱਤੀ ਆ ਵੀ ਤੁਸੀਂ ਆਹ ਸਫਾਈ ਦਾ ਕੰਮ ਕਰ ਲਓ। ਠੀਕ ਹੈ, ਸਾਡੀ ਮਜਬੂਰੀ ਆ, ਸਮਾਜ ਸਾਡਾ ਗਰੀਬ ਸੀ, ਪਛਾੜਿਆ ਪਿਆ ਸੀ, ਲਤਾੜਿਆ ਪਿਆ ਸੀ। ਠੀਕ ਹੈ, ਜਦੋਂ ਸਰਕਾਰੀ ਦਾਇਰੇ ਬਣੇ ਆਜ਼ਾਦੀ ਤੋਂ ਬਾਅਦ ਉਸ ਵੇਲੇ ਇਹਨਾਂ ਨੂੰ ਅਧਿਕਾਰ ਮਿਲਿਆ, ਵਧੀਆ ਇਹਨਾਂ ਦਾ ਜੀਵਨ ਪੱਧਰ ਹੋ ਰਿਹਾ। ਔਰ ਬਹੁਤ ਸੀ ਸਫਾਈ ਸੇਵਕ ਇੱਦਾਂ ਦੇ ਆ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਡਾਕਟਰ ਵੀ ਬਣਾਇਆ, ਸਵੀਪਰ ਵੀ ਬਣਾਇਆ। ਇਹ ਜ਼ਰੂਰੀ ਨਹੀਂ ਕਿ ਸਫਾਈ ਸੇਵਕ ਦਾ ਬੱਚਾ ਜਿਹੜਾ ਉਹ ਸਫਾਈ ਸੇਵਕ ਹੀ ਰਵੇ। ਸੋ ਮੇਰੀ ਬੇਨਤੀ ਹੈ ਇਹਨਾਂ ਨੂੰ ਕਿ ਆ ਜਿਹੜੀਆਂ ਗੰਦੀਆਂ ਰਾਜਨੀਤੀਆਂ ਕਰਨੀਆਂ ਇਹਨੂੰ ਬੰਦ ਕਰੋ। ਸਮਾਜ ਦੇ ਰਾਖੇ ਤੁਸੀਂ ਨਹੀਂ ਹੈਗੇ ਆ, ਸਮਾਜ ਦੇ ਰਾਖੇ ਜਿਹੜੇ ਆ ਉਹ ਸਭ ਨੂੰ ਚੰਗੀ ਤਰ੍ਹਾਂ ਜਾਣੂ ਆ। ਔਰ ਜਿਹੜੇ ਵੀ ਆਪਾਂ ਕਾਰਪੋਰੇਸ਼ਨ ਦੇ ਵਿੱਚ ਕੋਈ ਵੀ ਕਿਸੇ ਵੀ ਸਥਾਈ ਕਰਮਚਾਰੀ ਦੇ ਲੀਡਰ ਦੇ ਉੱਤੇ ਹੱਥ ਰੱਖਿਆ ਜਾਂਦਾ, ਉਹ ਕੋਈ ਵੀ ਜਥੇਬੰਦੀ ਵਾਲਮੀਕੀ ਸਮਾਜ ਦੀ ਨਹੀਂ ਰੱਖੂਗੀ। ਲੀਡਰ ਉਹੀ ਹੁੰਦਾ ਜਿਹੜਾ ਸਫਾਈ ਸੇਵਕਾਂ ਦੀ ਲੜਾਈ ਲੜੇ। ਇਹ ਚੀਜ਼ ਜਿਹੜੀ ਆ ਉਹ ਕੱਲ ਪਰਸੋਂ ਹੀ ਕਲੀਅਰ ਹੋ ਗਈ ਆ। ਆਰਡਰਾਂ ਨੂੰ ਲੱਖ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਪਰ ਮੈਂ ਧੰਨਵਾਦ ਕਰਦਾ ਵਾਂ ਸਾਡੇ ਸਥਾਨਕ ਸਰਕਾਰ ਕੈਬਨਿਟ ਮਿਨਿਸਟਰ ਜੀ ਦਾ, ਬਲਕਾਰ ਜੀ ਦਾ, ਔਰ ਸਾਡੇ ਸ਼ਹਿਰ ਦੇ ਜਿਹੜੇ ਮੰਤਰੀ ਆ ਸਾਡੇ ਸੁੰਦਰ ਆਪਣੇ ਜਿੰਪਾ ਜੀ ਦਾ, ਔਰ ਮੇਅਰ ਸਾਹਿਬ ਦਾ, ਔਰ DC ਮੈਡਮ ਦਾ, ਜਿਨ੍ਹਾਂ ਦਾ ਇੰਨਾ ਕੁ ਸਹਿਯੋਗ ਰਿਹਾ ਕਿ ਉਹਨਾਂ ਨੇ ਇੱਦਾਂ ਦੇ ਮਾਹੌਲ ਦੇ ਵਿੱਚ ਵੀ ਜਿਹੜੇ ਆਰਡਰ ਆ ਲੋਕਾਂ ਨੂੰ ਦੇ ਕੇ ਲੋਕਾਂ ਦੇ ਚੁੱਲ੍ਹੇ ਦੇ ਵਿੱਚ ਜਿਹੜੀ ਰੋਟੀ ਆ ਉਹ ਦਿੱਤੀ ਆ। ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ। ਇਹਨਾਂ ਦਾ ਬਹੁਤ ਰਿਣੀ ਆ ਸਾਡਾ ਸਾਰਾ ਸਮਾਜ, ਕਿਉਂਕਿ ਇਹਨਾਂ ਨੇ ਸਮਾਜ ਨੂੰ ਇੱਕ ਚੰਗੀ ਸਿਹਤ ਦੇਣ ਲਈ ਇਹਨਾਂ ਨੂੰ ਰੁਜ਼ਗਾਰ ਦਿੱਤਾ ਵਾ। ਸਰ, ਤੁਹਾਨੂੰ ਜਿਹੜੇ ਲੈਟਰ ਮਿਲ ਗਏ ਆ, ਇਹ ਵਾਦ ਵਿਵਾਦ ਚੱਲ ਰਿਹਾ ਕਿ ਵਾਦ ਵਿਵਾਦ ਦੇ ਵਿੱਚ ਉਹ ਜਿਹੜੇ ਕਰਮਚਾਰੀ ਹੈ ਉਹ ਕੰਮ ਕਦੋਂ ਤੋਂ ਸ਼ੁਰੂ ਕਰ ਰਹੇ ਕਿ ਇੱਦਾਂ ਵਿਵਾਦ ਚੱਲਦਾ ਰਹੇਗਾ? ਨਹੀਂ, ਵਿਵਾਦ ਦੇਖੋ ਹੁਣ ਇਹਨਾਂ ਨੇ ਗੱਲ ਵਧਾਉਣੀ ਜਦ ਕਿ ਇਹਨਾਂ ਦੀ ਮੀਟਿੰਗ ਹੋ ਚੁੱਕੀ ਸੀਗੀ ਕੈਬਨਿਟ ਮਿਨਿਸਟਰ ਦੇ ਨਾਲ, ਬਲਕਾਰ ਜੀ ਦੇ ਨਾਲ, ਔਰ ਆਪਣੇ ਨਹੀਂ ਸਰ ਉਹ ਤਾਂ ਹੋ ਗਈ ਭਾਈ ਦੇ ਨਾਲ, ਸਭ ਕੁਝ ਹੋ ਗਈ ਹੈ। ਤੁਹਾਨੂੰ ਲੈਟਰ ਮਿਲ ਚੁੱਕੇ, ਕੰਮ ਕਦੋਂ ਤੋਂ ਸ਼ੁਰੂ ਕਰ ਰਹੇ? ਬਸ ਮੈਡੀਕਲ ਕਰਾ ਕੇ ਜੁਆਇਨਿੰਗ ਆ ਪਾਉਣ ਅਗਲੇ ਹਫਤੇ ਦੇ ਵਿੱਚ। ਉਦੋਂ ਤੋਂ ਬਸ ਜੁਆਇਨਿੰਗ ਪੈ ਗਈ ਤਾਂ ਸਮਝੋ ਫਿਰ ਆਪਣੇ ਕੰਮਾਂ ਦੇ ਉੱਤੇ ਬੰਦੇ ਆ ਜੂਗੇ।
ਉਹਦੇ ਵਿੱਚ ਕੋਈ ਦੂਜੀ ਰਾਏ ਨਹੀਂ ਆ। ਔਰ ਸਾਡੇ ਸਫਾਈ ਸੇਵਕ ਜਿਹੜੇ ਬਿਲਕੁਲ ਪ੍ਰਿਪੇਅਰਡ ਹੋ ਕੇ ਤੁਰੇ ਪਏ ਆ, ਉਹ ਕਹਿੰਦੇ ਬਿਲਕੁਲ ਸਮਾਜ 8-10 ਬੰਦਿਆਂ ਦੇ ਨਾਲ ਸਮਾਜ ਨਹੀਂ ਹੈ, ਸ਼ਰਾਰਤੀ ਅੰਸਰ ਜੇ 8-10 ਰਲ ਗਏ ਤੇ ਉਹ ਸਮਾਜ ਦੀ ਗੱਲ ਕਰਦੇ, ਉਹ ਸਮਾਜ ਨਹੀਂ ਆ। ਸਮਾਜ ਹੁੰਦਾ ਆਪਸੀ ਭਾਈਚਾਰੇ ਨਾਲ, ਆਪਸੀ ਏਕੇ ਦੇ ਨਾਲ, ਉਹਨੂੰ ਸਮਾਜ ਗਿਣਿਆ ਜਾਂਦਾ। ਔਰ ਜਿੰਨਾ ਸਾਡਾ ਸਫਾਈ ਕਰਮਚਾਰੀ ਹੈ ਜਾਂ ਸਾਡੇ ਮੁਹੱਲਿਆਂ ਦੇ ਵਿੱਚ ਜਿੰਨੇ ਵੀ ਬੰਦੇ ਰਹਿੰਦੇ ਸਮਾਜ ਦੇ, ਉਹ ਬਿਲਕੁਲ ਉਹਨਾਂ ਦਾ ਸਮਰਥਨ ਸਾਡੇ ਨਾਲ ਆ। ਠੀਕ ਹੈ, ਅਸੀਂ ਸਮੇਂ ਸਿਰ ਸਾਰਿਆਂ ਨੂੰ ਜਦੋਂ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਸ਼ੋਭਾ ਯਾਤਰਾ 27 ਅਕਤੂਬਰ ਨੂੰ ਕੱਢਾਂਗੇ, ਉਸ ਵੇਲੇ ਆਪਾਂ ਦਿਖਾ ਦੇਵਾਂਗੇ। ਜਿਨ੍ਹਾਂ ਕਰਮਚਾਰੀਆਂ ਜਿਨ੍ਹਾਂ ਸਫਾਈ ਸੇਵਕਾਂ ਨੂੰ ਜਿਹੜਾ ਅਪਾਇੰਟਮੈਂਟ ਲੈਟਰ ਮਿਲੇ ਹੈਗੇ, ਫਿਲਹਾਲ ਉਹਨਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈਗਾ ਵੀ ਕਿਤੇ ਜਿਹੜੀ ਹੈਗੀ ਆ ਇਹ ਦੋ ਪਾਰਟ ਦੀ ਜਿਹੜੀ ਲੜਾਈ ਹੈਗੀ ਆ ਕਿਤੇ ਉਹਨਾਂ ਦੇ ਭਾਰੀ ਨਾ ਪੈ ਜਾਏ। ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਮੈਂ ਸਾਰੇ ਹੀ ਸਫਾਈ ਸੇਵਕਾਂ ਨੂੰ ਜਿਨ੍ਹਾਂ ਨੂੰ ਆਰਡਰ ਮਿਲੇ ਆ, ਉਹਨਾਂ ਨੂੰ ਸਭ ਤੋਂ ਪਹਿਲਾਂ ਮੁਬਾਰਕਬਾਦ ਦਿੰਦਾ ਵਾਂ ਔਰ ਉਹਨਾਂ ਨੂੰ ਇਹ ਨਿਸ਼ਚਿੰਤ ਕਰਦਾ ਵਾਂ ਕਿ ਸਾਡੇ ਨਾਲ ਸਮੂਹ ਸੰਗਠਨ ਸਾਰੇ ਖੜੇ ਆ, ਕਿਉਂਕਿ ਸਾਡੇ ਵਧੀਆ ਲੀਡਰ ਸਮਾਜ ਦੇ ਜਿਹੜੇ ਪੜ੍ਹੇ ਲਿਖੇ ਆ, ਜਿਹੜੇ ਇਸ ਚੀਜ਼ ਨੂੰ ਸਮਝਦੇ ਆ ਕਿ ਰੁਜ਼ਗਾਰ ਜਿਹੜਾ ਸਭ ਨੂੰ ਮਿਲਣਾ ਚਾਹੀਦਾ ਵਾ, ਉਹ ਸਾਰੇ ਬਿਲਕੁਲ ਇਹਨਾਂ ਦੇ ਨਾਲ ਆ। ਸਾਡੀ ਪੂਰੀ ਟੀਮ ਇਹਨਾਂ ਦੇ ਨਾਲ ਆ, ਸਾਡੇ ਭਰਾ ਸਾਰੇ ਵੀਰ ਸਾਡੇ ਨਾਲ ਬੈਠੇ ਹੋਏ ਆ, ਇਹ ਵੀ ਸਮਾਜ ਦੇ ਇਹਨਾਂ ਦੇ ਨਾਲ ਆ। ਕਿਸੇ ਗੱਲੋਂ ਵੀ ਡਰਨ ਨਾ। ਥੋੜਾ ਫੋਨ ਵੀ ਆਇਆ ਸੀਗਾ ਕਿ ਹਾਂ ਥੋੜਾ ਡਰ ਲੱਗਦਾ ਵਾ, ਕਿਉਂਕਿ ਡਰ ਤਾਂ ਲੱਗਦਾ ਹੈ, ਉਹਨਾਂ ਨੂੰ ਧਮਕੀਆਂ ਦਿੰਦੇ ਆ ਕਿ ਉਸ ਦਿਨ ਵੀ ਤੁਸੀਂ ਦੇਖੋ ਜਿਸ ਦਿਨ ਫੇਸਬੁੱਕ ਦੇ ਉੱਤੇ ਵੀਡੀਓ ਲਾਈਵ ਆਈ ਪਈ ਆ ਹੁਸ਼ਿਆਰਪੁਰ ਸਮਾਚਾਰ ਦੇ ਉੱਤੇ ਕਿ ਅਸੀਂ ਇਹਨਾਂ ਦੇ ਗੱਟੇ ਵੜ ਦੇਵਾਂਗੇ, ਜਿਹੜੀ ਕਿ ਇੱਕ ਬੀਜੇਪੀ ਦੇ ਕੌਂਸਲਰ ਵੱਲੋਂ ਗੱਲ ਕਹੀ ਗਈ ਸੀਗੀ। ਉਹਦੇ ਉੱਤੇ ਵੀ ਸਾਡੇ ਕੁਝ ਬੰਦਿਆਂ ਨੇ ਕੰਪਲੇਂਟ ਦਿੱਤੀ ਆ ਲਿਖ ਕੇ, ਕਿਉਂਕਿ ਉਹ ਬੰਦੇ ਜਿਹੜੇ ਆ ਦੂਰੋਂ ਆਣੇ, ਕੋਈ ਧੂਰੀ ਤੋਂ ਆ ਰਿਹਾ ਆ, ਕੋਈ ਸੰਗਰੂਰ ਤੋਂ ਆ ਰਿਹਾ ਵਾ, ਕੋਈ ਫਾਜ਼ਿਲਕਾ ਤੋਂ ਆ ਰਿਹਾ। ਉਹ ਕਹਿੰਦੇ ਅਸੀਂ ਆ ਕੇ ਇੱਥੇ ਆਪਣੀ ਰੋਟੀ ਕਮਾਉਣ ਆਣੀ ਆ, ਸਾਨੂੰ ਡਰ ਲੱਗਦਾ ਵਾ ਇੱਥੇ ਕਿ ਤੁਹਾਡੇ ਸਮਾਜ ਦੇ ਜਿਹੜੇ ਸ਼ਰਾਰਤੀ ਅੰਸਰ ਆ ਉਹ ਸਾਡਾ ਨੁਕਸਾਨ ਨਾ ਕਰ ਦੇਣ। ਸੋ ਮੈਂ ਕਹਿਣਾ ਚਾਹੁੰਦਾ ਇਹਨਾਂ ਦਾ ਕੋਈ ਬਾਲ ਨਹੀਂ ਵਿੰਗਾ ਹੋਊਗਾ, ਪਰਮਾਤਮਾ ਦਾ ਆਸ਼ੀਰਵਾਦ ਨਾਲ ਆ ਔਰ ਅਸੀਂ ਸਾਰੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ, ਨਿਸ਼ਚਿੰਤ ਹੋ ਕੇ ਆਪਣੀ ਨੌਕਰੀ ਕਰਨ, ਆਪਣਾ ਪਰਿਵਾਰ ਨੂੰ ਪਾਲਣ।